सतनाम वाहेगुरु साहिब जीओ। माज महला पंजवा। सब किश घर मह बाहर नाही, बाहर टोलै सो परम पुलाही। गुरपुर साधी जिनी अंतर पाया, सो अंतर बाहर सोहेला जियो। झिम झिम बरसै अमृत धारा, मन पीवै सुन शब्द विचारा। आनंद विनोद करे दिन राती, सदा सदा हर केला जियो। जन्म जन्म का बिछड़िया मिलिया, साध कृपा ते सूका हरिया। सुमत पाए नाम ते आए, गुरमुख होए मेला जियो। जल तरंग ज्यों जल है समाया, त्यों ज्योति संग जोत मिलाया। कहो नानक भ्रम कटे कबाड़ा, बोहड़ ना होइए जौला जियो। कहो नानक भ्रम कटे कबाड़ा, बोहड़ ना होइए जौला जियो। परम सत्कारयोग गुरु रूप गुरु प्यारी साध संगत जियो। आओ मਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਹੁਣੇ ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 102 ਅੰਗ ਉੱਪਰ ਸੁਭਾਇਮਾਨ ਹੈ ਤੇ ਮਾਝ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਤ, ਸ਼ਾਂਤੀ ਦੇ ਪੁੰਜ, ਉਹਨਾਂ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਇਸ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾਇਆ ਜਾ ਰਿਹਾ ਹੈ, ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਗੁਰੂ ਪਾਤਸ਼ਾਹ ਜੀ। ਅਸੀਂ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ। ਆਓ ਸਰਵਣ ਕਰੀਏ ਕਿ ਗੁਰੂ ਪਾਤਸ਼ਾਹ ਜੀ ਕੀ ਸਮਝਾ ਰਹੇ ਹਨ। ਮਾਝ ਮਹੱਲਾ ਪੰਜਵਾ। ਮਾਝ ਰਾਗ ਪੰਜਵੇਂ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ। ਸਭ ਕਿਛ ਘਰ ਮਹਿ ਬਾਹਰ ਨਾਹੀ। ਪਹਿਲੀ ਗੱਲ ਭਾਈ ਗੁਰਮੁਖ ਪਿਆਰਿਓ, ਜੇ ਪਰਮਾਤਮਾ ਦੇ ਨਾਲ ਮਿਲਾਪ ਚਾਹੁੰਦੇ ਹਾਂ, ਜੇ ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਬਾਹਰਲੇ ਕੰਮ ਸਾਰੇ ਛੱਡ ਕੇ ਅੰਦਰ ਨੂੰ ਜਾਣਾ ਪਊਗਾ। ਗੁਰੂ ਦੇ ਲੜ ਲੱਗ ਕੇ ਇਹ ਸਮਝਣਾ ਪਊਗਾ
ਕਿ ਇੱਕ ਬਾਹਰਲਾ ਸਰੀਰ ਆ ਸਾਡਾ ਸਥੂਲ ਸਰੀਰ, ਇੱਕ ਸਾਡਾ ਅੰਦਰ ਸੂਖਸ਼ਮ ਸਰੀਰ ਆ, ਇਸ ਤਰ੍ਹਾਂ ਮੰਨ ਕੇ ਚੱਲੋ। ਉਹਦੀ ਘਾੜਤ ਘੜੀ ਜਾਣੀ ਆ, ਅੰਦਰੋਂ ਵਿਗਾੜ ਪਿਆ ਹੋਇਆ, ਵਿਗੜੇ ਹੋਏ ਮਨ ਨੇ ਘੜਿਆ ਜਾਣਾ। ਅਤੇ ਸਾਰੀ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦਾ ਸਵਾਲ ਕੀ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਹੇ ਜੀਵ, ਹੇ ਪ੍ਰਾਣੀ, ਹੇ ਮੇਰੇ ਮਨਾ, ਕਿਵੇਂ ਅਸੀਂ ਸਚਿਆਰ ਹੋ ਸਕਦੇ ਹਾਂ? ਕਿਉਂਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਸੁਪਰੀਮ ਪਾਵਰ, ਉਹ ਸੱਚ ਦੀ ਮੂਰਤ ਆ। ਅਸੀਂ ਸਾਡੇ ਅੰਦਰ ਮਾਇਆਵਾਦੀ ਵਿਚਾਰਾਂ ਦਾ ਕਰਕੇ ਅਸੀਂ ਝੂਠੇ ਹੋਏ ਹਾਂ। ਝੂਠ ਤੋਂ ਸੱਚ ਹੋਣਾ, ਮਨਮੁਖ ਤੋਂ ਗੁਰਮੁਖ ਹੋਣਾ, ਇਹ ਪਹਿਲਾ ਕੰਮ ਕੀ ਹੈ? ਪੰਜਵੇਂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਪਹਿਲਾਂ ਭਾਈ ਇਹ ਜੇ ਸਵਾਰਨਾ ਚਾਹੁੰਦੇ ਆਪਣੇ ਆਪ ਦਾ, ਆਪਣੇ ਅੰਦਰੋਂ ਜਿਹੜਾ ਤਪਤ ਕੜਾਹਾ ਬੁਝ ਗਿਆ, ਗੁਰਸੀਤਲ ਨਾਮ ਦਿਓ, ਆਪਣੇ ਆਪ ਦੀ ਘਾੜਤ ਘੜਨੀ ਚਾਹੁੰਦੇ ਆ, ਤਾਂ ਪਹਿਲਾਂ ਬਾਹਰਲੇ ਕੰਮ ਛੱਡਣੇ ਪੈਣਗੇ, ਕਿਉਂਕਿ ਬਿਮਾਰੀ ਅੰਦਰ ਆ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਮਨ ਦਾ ਇਸ਼ਨਾਨ ਹੋਣਾ ਚਾਹੀਦਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਹੁਣ ਅੰਦਰ ਨੂੰ ਜਾਣਾ ਤਾਂ ਬਾਹਰਲੇ ਕੰਮ ਛੱਡਣੇ ਪੈਣਗੇ। ਪਹਿਲੀ ਪੰਕਤੀ ਵਿੱਚ ਹੀ ਇਹ ਅਲਰਟ ਕੀਤਾ ਜਾ ਰਿਹਾ ਕਿ ਜਿਹੜਾ ਭਾਈ ਖਜ਼ਾਨਾ ਅੰਦਰ ਪਿਆ ਨਾ ਸ਼ੁਭ ਗੁਣਾਂ ਦਾ, ਜਿਹੜਾ ਦਇਆ, ਧਰਮ, ਸੰਤੋਖ, ਐਸੇ ਸਾਰੇ ਗੁਣ ਪਏ ਆ ਜਿਹਨਾਂ ਦਾ ਗੁਣਾਂ ਨੂੰ ਧਾਰਨ ਕਰਕੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ, ਉਹ ਅੰਦਰ ਆ। ਇਹ ਜੀਵ ਤੇਰੇ ਬਾਹਰੋਂ ਨਾ ਭਾਲ, ਪਰਮਾਤਮਾ ਦੀ ਪ੍ਰਾਪਤੀ ਵੀ ਅੰਦਰੋਂ ਹੀ ਹੋਣੀ ਹੈ। ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਲਓ ਭਾਈ, ਜਿਹੜੇ ਗੁਰੂ ਦੇ ਕਹੇ ਲੱਗ ਕੇ ਟਿਕ ਜਾਂਦੇ ਆ, ਟਿਕ ਕੇ ਸ਼ਾਂਤੀ ਦੇ ਨਾਲ, ਮੇਰੇ ਮਨ ਨੂੰ ਇਹ ਖੁਸ਼ੀ ਵੀ ਹੁੰਦੀ ਹੈ ਗੁਰਮੁਖ ਪਿਆਰਿਓ, ਕਿਉਂਕਿ ਮੈਂ ਇਹ ਆਪਾਂ ਜਿਹੜੇ YouTube 'ਤੇ ਸੁਣਦੇ ਆ ਉਹਨਾਂ ਵਾਸਤੇ ਇਹ ਥੋੜ੍ਹੀ ਜਿਹੀ ਮੈਂ ਜਾਣਕਾਰੀ ਦੇਣੀ ਚਾਹੁੰਦਾ ਵੀ ਪਹਿਲਾਂ 1 ਘੰਟਾ ਆ ਕੇ ਮੈਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ। ਉਹਦੇ ਵਿੱਚੋਂ ਜਿਹੜਾ ਵੀ ਸ਼ਬਦ ਮੈਨੂੰ ਐਂ ਲੱਗਦਾ ਵੀ ਆਹ ਸ਼ਬਦ ਦੀ ਵਿਚਾਰ ਕਰਨ ਵਾਲੀ ਹੈ, ਉਸ ਸ਼ਬਦ ਦੀ ਵਿਚਾਰ ਅਸੀਂ ਕਰ ਲੈਂਦੇ ਹਾਂ। ਸੋ ਮੈਂ ਇਹ ਪੜ੍ਹ ਰਿਹਾ ਸੀ ਅੰਮ੍ਰਿਤ ਵੇਲੇ, ਸ਼ਬਦ ਮੈਨੂੰ ਬਹੁਤ ਆਨੰਦਿਤ ਲੱਗਿਆ, ਚੰਗਾ ਲੱਗਿਆ, ਇਸ ਕਰਕੇ ਆਪਾਂ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ। ਸੋ ਆਓ ਫਿਰ ਬਿਰਤੀਆਂ ਉੱਧਰ ਜੋੜੀਏ ਕਿ ਸਭ ਕੁਛ ਘਰ ਮੈਂ ਬਾਹਰ ਨਾਹੀ। ਪਹਿਲੀ ਗੱਲ ਇਹ ਹੈ ਵੀ ਬਾਹਰਲਾ ਸਾਰਾ ਕੁਝ ਛੱਡ ਕੇ ਭਾਈ ਅੰਦਰ ਨੂੰ ਜਾਣਾ ਪਏਗਾ। ਬਾਹਰ ਟੋਲੈ ਸੋ ਭਰਮ ਭੁਲਾਹੀ, ਜਿਹੜਾ ਬਾਹਰੋਂ ਟੋਲਦਾ ਉਹ ਭਰਮਾਂ ਭੁਲੇਖਿਆਂ ਦੇ ਵਿੱਚ ਪਿਆ ਭਾਈ, ਭੁੱਲ ਜਾਂਦਾ ਰਸਤਾ ਸੱਚ ਦਾ, ਅਤੇ ਉਹ ਉੱਧਰ ਹੀ ਭਟਕਦਾ ਰਹਿੰਦਾ ਤਿੰਨਾਂ ਗੁਣਾਂ ਦੇ ਵਿੱਚ ਹੀ। ਗੁਰ ਪ੍ਰਸਾਦਿ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਰਾਹੀਂ, ਗੁਰੂ ਦੇ ਰਾਹੀਂ। ਦੇਖੋ ਆਪਾਂ ਗੁਰਬਾਣੀ ਦਾ ਪੱਲਾ ਪਕੜਨਾ। ਗੁਰਬਾਣੀ ਹੈ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਜੇ ਗੁਰਬਾਣੀ ਦੇ ਲੜ ਲੱਗ ਕੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਵੱਲ ਨੂੰ ਚੱਲਾਂਗੇ ਤਾਂ ਬੜਾ ਸੌਖਾ ਕੰਮ ਆ। ਪਿੱਛੇ ਪਿੱਛੇ ਲੜ ਫੜ ਕੇ ਜਦੋਂ ਲੜ ਛੁੱਟ ਜਾਂਦਾ, ਜਿਵੇਂ ਆਪਾਂ ਐਂ ਕਹਿ ਲਈਏ ਬਈ 5 ਫੁੱਟ ਪਾਣੀ ਆ, 6 ਫੁੱਟ ਦਾ ਪਿਓ ਆ ਅਤੇ 3 ਫੁੱਟ ਦਾ ਬੱਚਾ। ਜੇ ਬੱਚਾ ਖੁਦ ਕੋਸ਼ਿਸ਼ ਕਰੇ ਤਾਂ ਉਹ ਤਲਾਬ ਦੇ ਵਿੱਚ 5 ਫੁੱਟ ਦੇ ਵਿੱਚ 3 ਫੁੱਟ ਦਾ ਬੱਚਾ ਡੁੱਬ ਜਾਵੇਗਾ। ਜੇ ਕਿਤੇ ਉਹ ਆਪਣੇ ਪਿਤਾ ਦੇ ਮੋਢਿਆਂ 'ਤੇ ਬਹਿ ਜਾਵੇ ਫਿਰ ਬੜੇ ਆਰਾਮ ਨਾਲ ਤਰ ਸਕਦਾ। ਇਸੇ ਤਰ੍ਹਾਂ ਮਨ ਰੂਪੀ ਬੱਚਾ ਜੇ ਖੁਦ ਆਪਣੇ ਕੰਮ ਕਰੇਗਾ ਜਾਂ ਆਪ ਹੁਦਰਗੀ ਜਾਂ ਆਪਣੀ ਮਰਜ਼ੀ ਨਾਲ ਰੱਬ ਲੱਭਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਭਰਮਾਂ ਭੁਲੇਖਿਆਂ ਦੇ ਵਿੱਚ ਹੀ ਆ ਭਾਈ। ਖੜੀ ਗੱਡੀ ਨੂੰ ਰੇਸਾਂ ਦੇਣ ਵਾਲੀ ਗੱਲ ਆ। ਜੇ ਗੁਰੂ ਮੁਤਾਬਕ ਚੱਲਾਂਗੇ ਫਿਰ ਟਾਇਰ ਥੱਲੇ ਲੱਗਣਗੇ ਅਤੇ ਆਤਮਿਕ ਸਫ਼ਰ ਸ਼ੁਰੂ ਹੋਵੇਗਾ। ਸੋ ਇੱਥੇ ਸਮਝਾਇਆ ਜਾ ਰਿਹਾ ਅਤੇ ਜਿਹੜਾ ਭਾਈ ਗੁਰਪ੍ਰਸਾਦੀ ਗੁਰੂ ਦੇ ਰਾਹੀਂ ਚੱਲ ਪੈਂਦਾ, ਜਿਨ੍ਹਾਂ ਨੇ ਅੰਤਰ ਪਾਇਆ, ਅੰਦਰੋਂ ਪ੍ਰਾਪਤ ਕਰ ਲਿਆ, ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਲੱਭ ਲਿਆ,
ਅੰਦਰਲੀ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਗਿਆ। ਸੋ ਅੰਤਰ ਬਾਹਰ ਸੁਹੇਲਾ ਜੀਓ। ਪਹਿਲਾਂ ਅੰਤਰ ਆ, ਫਿਰ ਬਾਹਰ। ਲੋਕ ਸੁਖੀਏ ਪਰਲੋਕ ਸੁਹੇਲੇ। ਜਦੋਂ ਅੰਦਰੋਂ ਜਿਹੜਾ ਹੈ ਮਨੁੱਖ ਐਨ ਹੋ ਗਿਆ ਸੁਹੇਲਾ, ਤਾਂ ਉਹਨੂੰ ਬਾਹਰੋਂ ਵੀ ਸੁਹੇਲਾ ਹੀ ਲੱਗੂ ਸਾਰਾ ਕੁਝ। ਜਦੋਂ ਅੰਦਰੋਂ ਸ਼ਾਂਤ ਆ, ਜਿਵੇਂ ਆਪਾਂ ਐਂ ਸਮਝ ਲਈਏ, ਅੰਦਰੋਂ ਮੰਨ ਲਓ ਕੋਈ ਖੁਸ਼ੀ ਦੀ ਗੱਲ ਖਬਰ ਮਿਲ ਗਈ ਆਪਾਂ ਨੂੰ, ਆਪਾਂ ਭਾਵੇਂ ਦਿਹਾੜੀ ਕਰਦੇ ਹਾਂ, ਉਹ ਕੜਾਈਆ ਹੀ ਜਿਹੜਾ ਵੱਜਣ ਲੱਗ ਜਾਊਗਾ, ਕਿਉਂਕਿ ਆਤਮਿਕ ਖੁਸ਼ੀ ਆ, ਮਨ ਨੂੰ ਖੁਸ਼ੀ ਆ, ਕੰਮ ਜੋ ਵੀ ਕਰਦੇ ਆ। ਕੁੱਲੀਆਂ ਵਾਲੇ ਕਿਹੜਾ ਹੱਸਦੇ ਨਹੀਂ, ਸਗੋਂ ਮੈਂ ਤਾਂ ਕਹਿੰਦਾ ਜ਼ਿਆਦਾ ਆਨੰਦ ਲੈਂਦੇ ਆ। ਤੇ ਜਿਹੜਾ ਬਾਹਰਲਾ ਸੁੱਖ ਆ, ਬਾਹਰਲਾ ਇਹ ਆ ਵੀ ਜੇ ਏਸੀ ਦੇ ਵਿੱਚ ਵੀ ਬੈਠਾ ਹੋ ਸਕਦਾ ਮਨ ਦੇ ਵਿੱਚ ਤੜਫਣਾ ਚੱਲ ਰਹੀ ਹੋਵੇ, ਭਟਕਣਾ ਚੱਲ ਰਹੀ ਹੋਵੇ। ਇਸ ਕਰਕੇ ਪਹਿਲਾਂ ਅੰਦਰੋਂ ਸੁਹੇਲਾ ਹੋਣਾ ਤੇ ਫਿਰ ਬਾਹਰਲਾ ਸਾਰਾ ਕੁਝ ਹੀ ਸੁਹੇਲਾ ਹੋ ਜਾਣਾ। ਗੁਰ ਪ੍ਰਸਾਦੀ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਨਾਲ ਜੁੜ ਕੇ ਇਸ ਗੱਲ ਨੂੰ ਸਮਝ ਲਿਆ, ਬਾਹਰਲਾ ਸਾਰੇ ਕੰਮ ਛੱਡ ਦਿੱਤੇ, ਅੰਦਰ ਨੂੰ ਚੱਲ ਪਏ, ਭਗਤੀ ਕਰ ਲਈ, ਨਾਮ ਦੀ ਵੱਲ ਨੂੰ ਚੱਲ ਪਏ, ਕੇਵਲ ਤੇ ਕੇਵਲ ਮਿਲਾਪ ਹੀ ਰਹਿ ਗਿਆ ਬਈ, ਬਾਕੀ ਸਾਰੀਆਂ ਇਛਾਵਾਂ ਖਤਮ ਹੋ ਗਈਆਂ ਤੇ ਉਹਨਾਂ ਨੇ ਫਿਰ ਅੰਦਰੋਂ ਹੀ ਪਾ ਲਿਆ। ਤੇ ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਅੰਦਰੋਂ ਬਾਹਰੋਂ ਸੁਹੇਲੇ ਹੋ ਜਾਂਦੇ ਹਨ ਜੀ। ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਅਨੰਦ ਬਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਇਹ ਅੰਮ੍ਰਿਤ ਬਾਣੀ ਦੇ ਨਾਲ ਤਪਤ ਕੜਾਹਾ ਬੁਝ ਗਿਆ, ਗੁਰਸੀਤਲ ਨਾਮ ਦਿਓ। ਸਭ ਤੋਂ ਜ਼ਰੂਰੀ ਕੰਮ ਆ ਇਸ ਤਰ੍ਹਾਂ ਇਕੱਠੇ ਹੋ ਕੇ ਗੁਰੂ ਦੇ ਬਚਨਾਂ ਨੂੰ ਸਰਵਣ ਕਰਨਾ, ਸਭ ਤੋਂ ਉੱਤਮ ਕੰਮ ਆ ਇਹ। ਤੇ ਜੇ ਕਿਤੇ ਸਾਡਾ ਧਿਆਨ ਪੂਰਾ ਜੁੜ ਗਿਆ, ਫਿਰ ਕੀ ਪ੍ਰਾਪਤੀ ਹੋਵੇਗੀ? ਬਸ ਅੰਦਰੋਂ ਹੀ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ, ਚਰਨਾਹਟ ਪੈਦਾ ਹੋ ਜਾਵੇਗੀ ਜਦੋਂ ਗੁਰਬਾਣੀ ਅੰਦਰ ਜਾਣ ਲੱਗੇਗੀ। ਝਿਮ ਝਿਮ ਬਰਸੈ ਅੰਮ੍ਰਿਤ ਧਾਰਾ, ਤੇ ਦਬਾ ਦਬ ਮੀਂਹ ਪਵਾ ਕੇ ਤੇ ਦਬਾ ਦਬ ਇਹ ਨਹੀਂ ਗੱਲ ਬਣਨੀ ਵੀ ਦਬਾ ਦਬ ਪੜ੍ਹ ਕੇ ਆਪਾਂ ਬਾਣੀ ਨਿਕਲ ਗਏ, ਨਹੀਂ ਭਾਈ। ਚਿਮ ਚਿਮ ਬਰਸੇ ਦਾ ਮਤਲਬ ਹੁੰਦਾ ਜਿਹੜਾ ਨਿੱਕੀ ਕਣੀ ਦਾ ਮੀਂਹ ਪੈਂਦਾ, ਹੌਲੀ 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 ਟਿਕਾ ਕੇ ਉਹ ਫਿਰ ਥੱਲੇ ਤੱਕ ਸਲਾਬ ਕਰ ਦਿੰਦਾ। ਇਸੇ ਤਰ੍ਹਾਂ ਜਿਹੜੀ ਆ ਗੁਰਬਾਣੀ ਨੂੰ ਤੇਜ਼ੀ ਨਾਲ ਨਹੀਂ, ਬਾਰ-ਬਾਰ ਵਿਚਾਰਨਾ। ਆਹੀ ਸਾਤੋਂ ਗਲਤੀ ਹੋਈ ਆ, ਜਿਹੜੇ ਦਬਾ ਦਬ ਪੜ੍ਹ ਕੇ ਆਪਾਂ ਨਿਕਲ ਜਾਂਦੇ ਆ। ਨਹੀਂ ਭਾਈ, ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਬੜੇ ਟਿਕਾਓ ਦੇ ਨਾਲ, ਬੜੀ ਸ਼ਾਂਤੀ ਦੇ ਨਾਲ, ਬੜੀ ਸੂਝ ਬੂਝ ਦੇ ਨਾਲ ਆਪਦੇ ਸਾਰੇ ਸੈਂਸਰ ਪਹਿਲਾਂ ਖੋਲ੍ਹਣੇ ਆ। ਮਨ ਦਾ ਜਿਹੜਾ ਢੱਕਣ ਲੱਗਿਆ ਹੋਇਆ ਹਉਮੈ ਦਾ, ਉਹ ਚੱਕਣਾ ਤੇ ਫਿਰ ਇਹ ਪੀਣਾ ਮਨ ਨੇ। ਅੰਮ੍ਰਿਤ ਧਾਰਾ ਇਹ ਧਾਰ ਬਣ ਕੇ ਮਨ ਦੀ ਖੁਰਾਕ ਆ ਇਹ। ਜੇ ਕਿਤੇ ਮਨ ਪੀ ਲਵੇ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਗੁਰਬਾਣੀ ਦੇ ਵਿੱਚ ਸਾਰੇ ਹੀ ਨੁਕਤੇ ਬੜੇ ਪਿਆਰ ਦੇ ਨਾਲ ਤੇ ਬੜੇ ਢੰਗ ਦੇ ਨਾਲ ਸਮਝਾਏ ਹੋਏ ਹੈ। ਲਓ ਗੁਰਮੁਖ ਪਿਆਰਿਓ, ਪੀ ਲਓ। ਕਾਹਤੋਂ ਪੀਣੋਂ ਹਟ ਗਏ ਸਿੱਖੋ? ਇਹ ਸਾਡੇ 'ਚ ਵਾਹਿਗੁਰੂ ਮਾਫ ਕਰੇ, ਕੀ ਕਹਾਂ ਹੁਣ ਮੈਂ ਵੀ। ਜਾਣੀ ਇਹ ਸਮਾਂ ਹੀ ਐਸਾ ਆ ਗਿਆ, ਰਿਵਾਜ ਹੀ ਕਹਿਣ ਲੱਗਿਆ ਸੀ ਵੀ ਹਟ ਗਿਆ, ਮੂੰਹ 'ਤੇ ਆਈ ਗੱਲ ਵੀ ਇਹ ਜਿਹੜਾ ਵਿਚਾਰ ਕਰਨ ਦਾ ਸਭ ਤੋਂ ਉੱਪਰਲਾ ਗੱਲ ਸੀ ਇਹ। ਤੇ ਇਹਦੇ ਨਾਲ ਕੀ ਹੁੰਦਾ? ਚਿਮ ਚਿਮ ਬਰਸੈ ਅੰਮ੍ਰਿਤ ਧਾਰਾ। ਚਿਮ ਚਿਮ ਜਦੋਂ ਬਰਸਦੀ ਆ, ਜਦੋਂ ਟਿਕਾਓ ਦੇ ਨਾਲ ਅਸੀਂ ਬੈਠ ਕੇ, ਹੁਣ ਦੇਖੋ ਮੈਂ ਵੀ ਸੁਣਦਾ, ਪੰਜਵੇਂ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਦਾ ਮਤਲਬ ਹੁੰਦਾ ਹਾਜ਼ਰ ਤੇ ਨਾਜ਼ਰ। ਹਾਜ਼ਰ ਵੀ ਆ ਤੇ ਨਾਜ਼ਰ ਦਾ ਮਤਲਬ ਆ ਨਜ਼ਰ ਵੀ ਰੱਖੀ ਹੈ। ਇਹ ਨਹੀਂ ਹੈ ਵੀ ਸਕੂਲ ਦੇ ਵਿੱਚ ਪ੍ਰਿੰਸੀਪਲ ਹੈ ਪਰ ਆਪਣੇ ਕਮਰੇ 'ਚ ਬੈਠਾ ਤੇ ਜਵਾਕ ਜਿਵੇਂ ਮਰਜ਼ੀ ਭੱਜੇ ਫਿਰਦੇ ਆ। ਨਹੀਂ, ਉਹਦੀ ਨਜ਼ਰ ਵੀ ਹੈ, ਨਜ਼ਰ ਵੀ ਰੱਖੀ ਹੋਈ ਆ। ਹਾਜ਼ਰ ਤੇ ਨਾਜ਼ਰ ਹੋ ਕੇ ਕੌਣ ਸਮਝਾ ਰਹੇ ਆ? ਪੰਜਵੇਂ ਪਾਤਸ਼ਾਹ ਜੀ। ਕਿਹਦੇ ਬਚਨ ਆ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਕਿਹਨੇ ਸੁਣਨੇ ਆ? ਅਸੀਂ ਸਿੱਖ ਬਣ ਕੇ ਅਸੀਂ ਸੁਣਨੇ ਆ। ਸਾਨੂੰ ਸਮਝਾਇਆ ਜਾ ਰਿਹਾ ਕਿ ਇਸ ਤਰ੍ਹਾਂ ਕਰਨਾ ਭਾਈ, ਇਸ ਤਰ੍ਹਾਂ ਪ੍ਰਮਾਤਮਾ ਦਾ ਪਿਆਰਾ ਬੱਚਾ ਬਣ ਜਾਂਦਾ ਜਿਹੜਾ ਐਂ ਕਰਦਾ ਨਾ। ਝਿਮ ਝਿਮ ਬਰਸੈ ਅੰਮ੍ਰਿਤ ਧਾਰਾ, ਬੜੇ ਹੌਲੀ ਹੌਲੀ ਟਿਕਾਓ ਦੇ ਨਾਲ, ਪਿਆਰ ਦੇ ਨਾਲ ਇਸ ਧਾਰਾ ਨੂੰ, ਅੰਮ੍ਰਿਤ ਨੂੰ ਪੀਣਾ ਭਾਈ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਸ਼ਬਦ ਦੀ ਵਿਚਾਰ ਨੂੰ ਸੁਣ ਕੇ ਇਸ ਤਰ੍ਹਾਂ ਆਹ ਤਰੀਕਾ ਭਾਈ ਬਿਲਕੁਲ ਸਪਸ਼ਟ ਆ। ਦੇਖੋ
ਵੀ ਹੌਲੀ ਹੌਲੀ ਟਿਕ ਕੇ ਬਹਿਣਾ। ਬਾਹਰਲੇ ਪਾਸਿਓਂ ਧਿਆਨ, ਉਹ 1 ਘੰਟਾ ਜਿਹੜਾ ਜਦੋਂ ਗੁਰੂ ਦੇ ਬਚਨ ਸਰਵਣ ਕਰਨੇ ਆ, ਬਾਹਰੋਂ ਧਿਆਨ ਬਿਲਕੁਲ ਹਟਾ ਲੈਣਾ, ਆਪਣੇ ਸਰੀਰ ਤੋਂ ਵੀ ਪਰੇ ਕਰ ਲੈਣਾ ਵੀ ਅਸੀਂ ਕੀ ਚੀਜ਼ ਆ। ਅਸੀਂ ਬਸ ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਲੋਂ ਟੁੱਟੇ ਆ ਤੇ ਉਹਦੇ ਨਾਲ ਜੁੜਨਾ, ਬਸ ਇੱਕੋ ਹੀ ਕੰਮ ਆ। ਇਹੀ ਇੱਥੇ ਧਿਆਨ ਕੇਂਦਰਿਤ ਕਰਨਾ। ਜਦੋਂ ਸ਼ਬਦ ਦੀ ਵਿਚਾਰ ਸੁਣਦੇ ਆ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ, ਤੇ ਫਿਰ ਇਹ ਆਨੰਦ ਲੈ ਸਕਦੇ ਹਾਂ ਅਸੀਂ ਭਾਈ। ਤੇ ਕਿਵੇਂ ਜਿਹੜੇ ਇਸ ਤਰ੍ਹਾਂ ਕਰਦੇ ਆ, ਇਹ ਅੰਮ੍ਰਿਤ ਧਾਰਾ ਨੂੰ ਪੀ ਲੈਂਦੇ ਆ, ਸੁਣ ਲੈਂਦੇ ਆ ਸ਼ਬਦ ਦੀ ਵਿਚਾਰ ਨੂੰ, ਫਿਰ ਕੀ ਹੁੰਦੀ ਆ, ਅਵਸਥਾ ਕੈਸੀ ਬਣ ਜਾਂਦੀ ਹੈ। ਆਨੰਦ ਬਨੋਦ ਕਰੇ ਦਿਨ ਰਾਤੀ, ਉਹਨਾਂ ਨੂੰ ਇੱਕ ਅਜੀਬ ਤਰ੍ਹਾਂ ਦਾ ਨਸ਼ਾ ਚੜ੍ਹ ਜਾਂਦਾ। ਆਨੰਦ ਬਨੋਦ ਟੱਪਦੇ ਆ, ਨੱਚਦੇ ਆ, ਉਹਨਾਂ ਦੇ ਅੰਦਰ ਹੀ ਕੋੜ ਤਮਾਸ਼ੇ ਹੋਣ ਲੱਗ ਜਾਂਦੇ ਆ। ਦਿਨ ਰਾਤੀ ਉਹਨਾਂ ਨੂੰ ਪਤਾ ਲੱਗ ਜਾਂਦਾ, ਵਹਿਮ ਭਰਮ ਨਿਕਲ ਜਾਂਦੇ ਆ, ਮੇਰੇ ਤਾਂ ਅੰਦਰ ਹੀ ਪ੍ਰਮਾਤਮਾ ਵਾਹਿਗੁਰੂ ਆ। ਤੇ ਬਸ ਫਿਰ ਉਹ ਦਿਨ ਰਾਤ ਇਹਨਾਂ ਕੋੜ ਤਮਾਸ਼ਿਆਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ, ਜਿਹਨੂੰ ਕਹਿੰਦੇ ਆ ਨਾਨਕ ਭਗਤਾ ਸਦਾ ਵਿਗਾਸ, ਸਦਾ ਸਦਾ ਹਰ ਕੇਲਾ ਜੀਓ। ਉਹ ਸਦਾ ਸਦਾ ਆਪਣੇ ਪ੍ਰਭੂ ਨਾਲ, ਆਪਣੇ ਪ੍ਰਮਾਤਮਾ ਨਾਲ ਅੰਦਰੋਂ ਹੀ ਉਹ ਮਨ, ਉਹ ਜੀਵ ਕੇਲ ਕਰਦੇ ਰਹਿੰਦੇ ਆ, ਕੇਲਾਂ ਕਰਦੇ ਰਹਿੰਦੇ ਆ ਆਪਣੇ ਅੰਦਰ ਨੂੰ। ਜਿਹੜੇ ਚਲੇ ਜਾਂਦੇ ਆ ਬਾਹਰਲਾ ਕੰਮ ਛੱਡ ਕੇ, ਗੁਰੂ ਦੇ ਨਾਲ ਜਿਨ੍ਹਾਂ ਦਾ ਮਿਲਾਪ ਹੋ ਜਾਂਦਾ, ਜਿਹੜੇ ਸ਼ਬਦ ਨੂੰ ਪੀਣ ਲੱਗ ਜਾਂਦੇ ਆ। ਸ਼ਬਦ ਦੇਖੋ 1430 ਅੰਗ ਦੇ ਸਾਡੇ ਸਾਨੂੰ ਲੜ ਲਾਇਆ। ਇਹ ਸ਼ਬਦ ਨੂੰ ਜਿੰਨਾ ਮਰਜ਼ੀ ਪੀ ਚਲੋ, ਇੱਕ ਜੀਵਨ ਤਾਂ ਘੱਟ ਆ ਭਾਈ। ਹੌਲੀ ਹੌਲੀ ਰਾਮ ਰਾਮ ਨਾ, ਬਸ ਫਿਰ ਹੁੰਦਾ ਕੀ ਹੈ, ਅੰਦਰਲਾ ਕਾਰਜ ਹੋ ਜਾਂਦਾ। ਜਨਮ ਜਨਮ ਕਾ ਵਿਛੜਿਆ ਮਿਲਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਾਲਾ ਹੋ ਆਸਿਆ ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾ। ਨਹੀਂ ਧੋਤਾ ਜਾਂਦਾ ਭਾਈ, ਮਨ ਇਸ ਤਰ੍ਹਾਂ ਧੋਤਾ ਜਾਂਦਾ। ਐਂ ਧੋਣਾ ਅਸੀਂ, ਸਾਨੂੰ ਸਮਝਾਇਆ ਜਾ ਰਿਹਾ ਕਿ ਇਸ ਤਰ੍ਹਾਂ ਭਾਈ ਗੁਰੂ ਦੇ ਬਚਨ ਸਰਪਣ ਕਰਿਆ ਕਰਨੇ ਆ ਤਾਂ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਜਨਮਾਂ ਜਨਮਾਂਤਰਾਂ ਤੋਂ ਜਿਹੜਾ ਵਿਛੋੜਾ ਪਿਆ ਹੋਇਆ ਨਾ, ਉਹ ਮਿਲਾਪ ਹੋ ਸਕਦਾ। ਹੁਣ ਸਮਾਂ ਭਾਈ, ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਮਿਲ ਲਾ ਓਏ, ਮਿਲਾਪ ਕਰ ਲਾ ਅੰਦਰੋਂ, ਜੁੜ ਜਾ ਗੁਰਬਾਣੀ ਦੇ ਨਾਲ, ਗੁਰੂ ਦੇ ਬਚਨ ਸਰਵਣ ਕਰ ਲਾ ਮੇਰੇ ਮਨਾ। ਕਿੱਡੀ ਵੱਡੀ ਪ੍ਰਾਪਤੀ ਹੋਵੇਗੀ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਸਾਧ ਕਿਰਪਾ ਤੋਂ ਲੈਣਾ ਗੁਰੂ, ਸਾਧੂ ਤੇ ਸੰਤ ਸਾਡਾ ਗੁਰੂ ਆ। ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ, ਸਾਰਾ ਕੁਝ ਸਾਡਾ ਈਸ਼ਰ ਬ੍ਰਹਮਾ ਜੋ ਕੁਛ ਹੈ ਸਾਡਾ ਗੁਰੂ ਆ। ਜਦੋਂ ਗੁਰੂ ਸਾਧੂ ਦੇ ਨਾਲ ਜੁੜਿਆ, ਫਿਰ ਕੀ ਹੋਇਆ, ਗੁਰੂ ਸਾਧੂ ਨੇ ਕਿਰਪਾ ਹੋ ਗਈ। ਸਾਧ ਕਿਰਪਾ, ਗੁਰ ਕਿਰਪਾ, ਭਾਵ ਇੱਕੋ ਹੀ ਗੱਲ ਆ। ਗੁਰ ਪ੍ਰਸਾਦ ਤੇ ਸਾਧ ਕਿਰਪਾ, ਸੰਤ ਕਿਰਪਾ, ਗੁਰ ਪ੍ਰਸਾਦ, ਇਹ ਸਾਰਾ ਕੁਝ ਇੱਕੋ ਹੀ ਆ। ਕਿਵੇਂ ਹੋਇਆ, ਸੂਕਾ ਹਰਿਆ। ਮੇਰਾ ਮਨ ਸਾਧ ਕਿਰਪਾ ਦੇ ਨਾਲ, ਸਾਧ ਸੰਗਤ ਦੇ ਵਿੱਚ ਜਦੋਂ ਗਿਆ, ਜਦੋਂ ਗੁਰੂ ਦੀ ਕਿਰਪਾ ਹੋਈ, ਗੁਰੂ ਦੇ ਬਚਨ ਬੜੇ ਟਿਕਾਓ ਦੇ ਨਾਲ, ਆਰਾਮ ਦੇ ਨਾਲ ਟਿਕ ਕੇ ਸੁਣਨ ਲੱਗਿਆ ਨਾ, ਬਸ ਜੀਵਨ ਬਦਲ ਗਿਆ। ਸਾਧ ਕਿਰਪਾ ਤੇ ਸੂਕਾ ਹਰਿਆ। ਜਿਹੜੀ ਅੰਦਰ ਖੁਸ਼ਕੀ ਸੀ, ਜਿਹੜਾ ਅੰਦਰ ਸੁੱਕਾ ਸੜਿਆ ਹੋਇਆ ਸੀ, ਦੇਖ ਲਓ ਹੁਣ ਇੱਕ ਸੁੱਕਿਆ ਦਰਖਤ ਦੇਖ ਲਓ, ਸੁੱਕਿਆ ਸੜਿਆ ਜਿਹੜਾ, ਤੇ ਇੱਕ ਹਰਿਆ ਭਰਿਆ ਦੇਖ ਲਓ, ਬਸ ਆ ਕੁਝ ਹੋ ਜਾਂਦਾ। ਉਹ ਮਨਮੁਖ ਦੀ ਹਾਲਤ ਅੰਦਰ ਨਹੀਂ, ਸੁੱਕਿਆ ਸੜਿਆ ਪੱਤਾ ਤੇ ਜਿਹੜਾ ਹਰਾ ਭਰਾ ਪੱਤਾ, ਉਹ ਗੁਰਮੁਖ ਦੇ ਅੰਦਰ ਦੀ ਹਾਲਤ ਆ ਭਾਈ। ਸਾਧ ਕਿਰਪਾ ਤੇ ਸੂਕਾ ਹਰਿਆ। ਸੁੱਕਾ ਦਰਖਤ ਅੰਦਰਲਾ ਮਨ ਰੂਪੀ ਹਰਾ ਹੋ ਜਾਂਦਾ ਹੈ ਜੀ। ਸੁਮਤ ਪਾਏ, ਪਹਿਲਾਂ ਮੈਨੂੰ ਮੱਤ ਹੀ ਨਹੀਂ ਸੀ, ਮੈਨੂੰ ਅਕਲ ਹੀ ਨਹੀਂ ਸੀ। ਤੇ ਗੁਰੂ ਬਾਬਾ ਜੀ ਕੀ ਕਹਿੰਦੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝ ਗਿਆ ਤੇ ਅਕਲੀ ਕੀਚੈ ਦਾਨ। ਜਦੋਂ ਇਹ ਗੱਲ ਸੁਣੀ ਤੇ ਗੁਰੂ ਦੇ ਚਰਨ ਫੜ ਕੇ ਬਹਿ ਗਿਆ, ਕਹਿੰਦਾ ਜੀ ਮੈਂ ਜਾਵਾਂ ਕਿੱਥੇ, ਅਕਲ ਵੀ ਤਾਂ ਥੋਤੋਂ ਹੀ ਲੈਣੀ ਆ। ਵਾਹ ਸਿੱਖਾ ਤੇਰੇ, ਧੰਨ ਗੁਰੂ ਤੇਰਾ,
ਧੰਨ ਤੂੰ ਸਿੱਖ ਜਿਹੜਾ ਉਹ ਗੁਰੂ ਦੇ ਚਰਨ ਫੜ ਕੇ ਹੀ ਬਹਿ ਗਿਆ। ਕਹਿੰਦਾ ਜੀ ਅਕਲ ਕਿੱਥੋਂ ਲੈਣੀ ਆ, ਮੈਂ ਇੱਥੋਂ ਹੀ ਲੈਣੀ ਆ। ਤੇ ਫਿਰ ਗੁਰੂ ਕੀ ਦਿੰਦੇ ਆ? ਗੁਰੂ ਅਕਲ ਹੀ ਦਿੰਦੇ ਆ, ਗਿਆਨ ਹੀ ਦਿੰਦੇ ਆ ਭਾਈ। ਸੁਮੱਤ ਪਾਏ, ਜਦੋਂ ਸੁਮੱਤ ਪਾ ਲਈ, ਅਕਲ ਲੈ ਲਈ, ਗਿਆਨ ਲੈ ਲਿਆ, ਫੇਰ ਲੱਗਿਆ ਤੇ ਧਰਮ ਦਾ ਪਤਾ। ਕਬੀਰਾ ਜਹਾਂ ਗਿਆਨ ਤਹਿ ਧਰਮ ਹੈ। ਫਿਰ ਇੱਧਰਲੇ ਪਾਸੇ ਨੂੰ ਚੱਲਿਆ ਤੇ ਜਦੋਂ ਸੁਮੱਤ ਪਾਈ, ਨਾਮ ਤੇ ਆਏ ਤਾਂ ਸੱਚ ਵਾਲੇ ਪਾਸੇ ਨੂੰ ਚੱਲ ਪਿਆ। ਚੰਗੀ ਮੱਤ ਆ ਗਈ, ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨੋ ਬੋ ਡੂਬੇ ਸਿਆਣੇ। ਉਹ ਗੁਰੂ ਦੀ ਮੱਤ ਲੈ ਲਾ ਉਹ ਮੇਰਿਆ ਮਨਾ, ਐਵੇਂ ਉੱਤੋਂ ਹੀ ਨਾ ਕਿਤੇ ਟਾਇਰ ਤਾਹਾਂ ਚੱਕ ਕੇ ਭਗਤੀ ਕਰੀ ਜਾਈ। ਗੁਰੂ ਦੀ ਮੱਤ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਨਾਮ ਤੱਕ ਨਹੀਂ ਪਹੁੰਚਿਆ ਜਾ ਸਕਣਾ, ਅੰਦਰ ਤੱਕ ਨਹੀਂ ਪਹੁੰਚਿਆ ਜਾ ਸਕਦਾ, ਨਾਮੀ ਤੱਕ ਨਹੀਂ ਪਹੁੰਚਿਆ ਜਾ ਸਕਦਾ, ਨਾਮ ਦੇ ਨਾਲ ਧਿਆਨ ਨਹੀਂ ਟਿਕ ਸਕਦਾ। ਜਿੰਨਾ ਚਿਰ ਗੁਰੂ ਦੀ ਕਿਰਪਾ ਦੇ ਨਾਲ ਨਿਸ਼ਾਨਾ ਨਾ ਧਾਰਿਆ, ਜਿੰਨਾ ਚਿਰ ਇੱਕ ਓਂਕਾਰ ਦਾ ਪਤਾ ਨਾ ਲੱਗਿਆ, ਜਿੰਨਾ ਚਿਰ ਉਹ ਨਿਸ਼ਾਨਾ ਤਾਹਾਂ ਉੱਪਰ ਤੱਕ ਜਿੱਥੇ ਤੱਕ ਜਾਣਾ ਉਹਦਾ ਗਿਆਨ ਨਾ ਹੋਇਆ, ਉਨਾ ਚੱਕ ਨਹੀਂ ਗੱਲ ਬਣਨੀ। ਤੇ ਫਿਰ ਨਾਮ ਨਾਲ ਧਿਆਨ ਜੁੜਨਾ ਜਦੋਂ ਸੁਮੱਤ ਦੇਤੀ ਗੁਰੂ ਨੇ, ਜਦੋਂ ਗੁਰਪ੍ਰਸਾਦ ਗੁਰੂ ਨੇ ਦੇ ਦਿੱਤਾ, ਲੈਣ ਆਏ ਨੂੰ ਦੇਣਾ ਗੁਰਪ੍ਰਸਾਦ। ਜਦੋਂ ਮੈਂ ਮਿਹਨਤ ਕਰੇਗਾ, ਜਦੋਂ ਤਿੰਨਾਂ ਖੰਡਾਂ ਦੇ ਵਿੱਚ ਦੀ ਆਪਣੀ ਸੁਰਤ ਨੂੰ ਨਿਗਾਏਗਾ, ਫਿਰ ਚੌਥਾ ਕਰਮਖੰਡ ਹੋਏਗਾ। ਸੁਮੱਤ ਪਾਏ, ਨਾਮ ਤੇ ਆਏ। ਹੁਣ ਨਾਮ ਦੇ ਨਾਲ ਧਿਆਨ ਜੁੜ ਜਾਏਗਾ। ਪਹਿਲਾਂ ਗਿਆਨ ਆਵੇਗਾ, ਫਿਰ ਧਿਆਨ ਜੁੜੇਗਾ ਪਰਮਾਤਮਾ ਦੇ ਨਾਲ, ਤੇ ਫਿਰ ਇੱਕ ਰਸ ਆਵੇਗਾ, ਅੰਦਰੋਂ ਆਨੰਦ ਆਵੇਗਾ। ਉਹਨੂੰ ਕਹਿੰਦੇ ਆ ਨਾਮ ਦੀ ਪ੍ਰਾਪਤੀ ਹੋ ਗਈ। ਗੁਰਮੁਖ ਹੋਏ ਮੇਲਾ ਜੀਓ। ਜਿਹੜੇ ਗੁਰੂ ਵੱਲ ਨੂੰ ਚੱਲ ਪੈਂਦੇ ਆ, ਜਿਹੜੇ ਗੁਰਮੁਖ ਬਣ ਜਾਂਦੇ ਆ, ਉਹਨਾਂ ਦਾ ਮਿਲਾਪ ਹੋ ਜਾਂਦਾ ਭਾਈ। ਜਿਹੜੇ ਗੁਰੂ ਤੋਂ ਉਲਟ ਚੱਲਦੇ ਆ, ਗੁਰੂ ਦੇ ਮੁਤਾਬਕ ਨਹੀਂ ਚੱਲਦੇ, ਉਹ ਖੜੀ ਗੱਡੀ ਨੂੰ ਰੇਸਾਂ ਦੇਈ ਜਾਂਦੇ ਆ ਸਾਰੀ ਉਮਰ। ਤਿੰਨਾਂ ਗੁਣਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਆ ਭਾਈ। ਚੌਥੇ ਪਦ ਦੀ ਪ੍ਰਾਪਤੀ ਨਹੀਂ ਕਰ ਸਕਦੇ, ਤੀਜਾ ਨੇਤਰ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਆ, ਤੇ ਅੰਦਰਲੇ ਮਿਲਾਪ ਤੋਂ ਵਾਂਝੇ ਰਹਿ ਜਾਂਦੇ ਆ। ਤੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਆ, ਉਹਨਾਂ ਦਾ ਮਿਲਾਪ ਹੋ ਜਾਂਦਾ ਭਾਈ। ਗੁਰਮੁਖ ਹੋਏ ਸੋ ਮੇਲਾ ਜੀਓ। ਜਲ ਤਰੰਗ ਜਿਉਂ ਜਲਹਿ ਸਮਾਇਆ। ਮੇਲਾ ਹੋ ਜਾਂਦਾ ਜੀ, ਮਿਲਾਪ ਹੋ ਜਾਂਦਾ ਜੀ। ਥੋੜ੍ਹਾ ਜਿਹਾ ਗੱਲ ਨਹੀਂ ਬਣੀ ਜੀ, ਥੋੜ੍ਹੀ ਜਿਹੀ ਸਮਝ ਨਹੀਂ ਲੱਗੀ। ਦੇਖੋ ਸਾਨੂੰ ਸਵਾਲ ਕਰਨੇ ਚਾਹੀਦੇ ਆ, ਬਿਲਕੁਲ ਕਰਨੇ ਚਾਹੀਦੇ ਆ। ਜਿੱਥੋਂ ਵੀ ਗੁਰਬਾਣੀ ਦੀ ਸਮਝ ਨਾ ਲੱਗੇ ਨਾ, ਸਾਨੂੰ ਜ਼ਰੂਰ ਪੁੱਛਣਾ ਚਾਹੀਦਾ। ਆਪ ਤੋਂ ਅੱਗੇ ਵਾਲੇ ਨੂੰ ਪੁੱਛ ਲਓ, ਉਦੋਂ ਅੱਗੇ ਵਾਲੇ ਨੂੰ ਪੁੱਛ ਲਓ। ਇਹ ਤਾਂ ਬੜਾ ਭੈਣ ਭਰਾਵਾਂ ਵਾਲਾ ਇਹ ਗੁਰੂ ਦੇ, ਇੱਕ ਗੁਰੂ ਦੇ ਸਿੱਖ ਆ ਆਪਾਂ ਸਾਰੇ। ਇੱਕ ਦੂਜੇ ਨੂੰ ਦੱਸ ਸਕਦੇ ਹਾਂ ਵੀ ਕਿਵੇਂ। ਹੁਣ ਦੇਖੋ ਆਪਾਂ ਆਪਣੇ ਆਪ ਨੂੰ ਹੀ ਸਵਾਲ ਕਰ ਲਓ। ਸਾਰੀ ਗੁਰਬਾਣੀ ਸਵਾਲ ਜਵਾਬ ਹੀ ਹੈ। ਗੁਰੂ ਨੂੰ ਹੀ ਪੁੱਛ ਲਓ। ਜੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦੇ ਆ ਨਾ, ਫਿਰ ਆਪਾਂ ਕੀ ਕੀਤਾ? ਸਵਾਲ ਮੰਨ ਲਓ ਮੈਨੂੰ ਸਮਝ ਨਹੀਂ ਲੱਗੀ ਜੀ, ਕਿਵੇਂ ਮੇਲਾ ਹੁੰਦਾ, ਫਿਰ ਮਿਲਾਪ ਦਾ ਕਿਵੇਂ ਆਨੰਦ ਹੁੰਦਾ? ਕਿਉਂਕਿ ਪ੍ਰੈਕਟੀਕਲ ਆ ਸਾਰਾ ਕੁਝ। ਗੁਰਬਾਣੀ ਸਮਝਾਉਂਦੀ ਆ ਐਂ, ਜਲ ਤਰੰਗ ਜਿਉਂ ਜਲਹਿ ਸਮਾਇਆ। ਕੋਈ ਸ਼ੱਕ ਨਹੀਂ ਰਹਿ ਜਾਂਦੀ। ਐਂ ਨਹੀਂ ਹੈ ਵੀ ਕੰਨੋਂ ਬਾਟੀ ਕੁਰ ਤੇ ਨਾਮ ਮਿਲ ਗਿਆ, ਚੱਲ ਬਈ ਧਰਮੀ, ਚੱਲ ਬਈ ਧਰਮੀ। ਨਹੀਂ, ਬਿਲਕੁਲ ਪ੍ਰੈਕਟੀਕਲ ਹੋਏਗਾ। ਕਿਵੇਂ? ਜਲ ਤਰੰਗ ਜਿਉਂ ਜਲੇ ਸਮਾਇਆ। ਜਲ ਦੇ ਵਿੱਚ ਤਰੰਗ ਉੱਠਦੀ ਹੈ। ਤਰੰਗ ਕਿਉਂ ਉੱਠਦੀ ਹੈ? ਇਹਦਾ ਸਾਰਾ ਕਾਰਨ ਲੱਭਣਾ ਪਵੇਗਾ। ਜਲ ਦੇ ਵਿੱਚੋਂ ਉੱਠਦੀ ਆ ਲਹਿਰ। ਲਹਿਰ ਨੂੰ ਹੁੰਦੀ ਆ ਹਉਮੈ, ਕਹਿੰਦੀ ਮੈਂ ਜਲ ਤੋਂ ਵੀ ਵੱਡੀ ਹਾਂ। ਠੀਕ ਹੈ ਜਲ ਦਾ ਹੀ ਹਿੱਸਾ, ਪਰ ਉਹ ਲਹਿਰ ਉੱਠ ਖੜੀ, ਕਹਿੰਦੀ ਮੈਂ ਉੱਚੀ ਹਾਂ, ਵੱਡੀ ਹਾਂ, ਹਉਮੈ ਹੋ ਗਈ। ਉਹ ਲਹਿਰ ਕਿਉਂ ਉੱਠੀ? ਕਿਉਂਕਿ ਹਵਾ ਚੱਲੀ। ਹਵਾ ਚੱਲੀ ਕਰਕੇ ਲਹਿਰ ਉੱਠੀ। ਲਹਿਰ ਨੂੰ ਵਹਿਮ ਪੈ ਗਿਆ, ਭਰਮ ਪੈ ਗਿਆ, ਭੁਲੇਖਾ ਪੈ ਗਿਆ ਕਿ ਮੈਂ ਸਮੁੰਦਰ ਤੋਂ ਵੱਖ ਹਾਂ, ਸਮੁੰਦਰ ਤੋਂ ਵੱਡੀ ਹਾਂ, ਉੱਚੀ ਹਾਂ। ਤੇ ਜਦੋਂ ਉਹ ਹਵਾ ਸ਼ਾਂਤ ਹੋ ਗਈ, ਲਹਿਰ ਖਤਮ ਹੋ ਗਈ। ਕਾਰਨ ਕੀ ਸੀ ਲਹਿਰ ਦਾ ਉੱਠਣ ਦਾ? ਹਵਾ। ਮਨੁੱਖ ਦਾ ਪਰਮਾਤਮਾ ਤੋਂ ਵਿਛੜਨ ਦਾ ਕਾਰਨ ਕੀ ਹੈ? ਹਉਮੈ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਐਂ ਕਰ ਦਿੰਦੇ ਆ ਗੁਰੂ ਜੀ ਭਾਈ, ਹਉਮੈ ਕੱਢ ਦਿੰਦੇ ਆ। ਬਸ ਆਹ ਗੱਲ ਆ। ਪਹਿਲੀ ਜਿਹੜੀ ਗੱਲ ਆ ਨਾ ਸਾਰੀ, ਵਿਛੋੜੇ ਦੀ ਜੜ, ਲੜਾਈ ਦੀ ਜੜ, ਦੇਸ਼ਾਂ ਦਸਾਂਤਰਾਂ ਦੀ, ਅੰਦਰਲੇ ਕਲੇਸ਼ ਦੀ, ਬਾਹਰਲੇ ਕਲੇਸ਼ ਦੀ, ਸਾਰੀ ਹਉਮੈ ਆ ਭਾਈ। ਤੇ ਜਿਹੜੇ ਗੁਰੂ ਨਾਲ ਜੁੜ ਗਏ, ਉਹਨਾਂ ਦੀ ਹਉਮੈ ਨਿਕਲ ਜਾਂਦੀ ਆ। ਆਹ ਭਾਈ ਅੰਦਰੋਂ ਕਿਰਿਆ ਵਾਪਰਦੀ ਆ। ਤੇ ਫਿਰ ਕੀ ਹੁੰਦਾ? ਜਲ ਤਰੰਗ
ਜਿਉਂ ਜਲੇ ਸਮਾਇਆ। ਜਲ ਜਲ ਦੇ ਵਿੱਚ ਸਮਾ ਗਿਆ। ਤਿਉਂ ਜੋਤੀ ਸੰਗ ਜੋਤ ਮਿਲਾਇਆ। ਇਹਨੂੰ ਕਹਿੰਦੇ ਆ ਜੋਤ ਨਾਲ ਜੋਤ ਮਿਲ ਗਈ, ਸੱਚ ਦੇ ਨਾਲ ਸੱਚ ਮਿਲ ਗਿਆ, ਝੂਠ ਅੰਦਰੋਂ ਖਤਮ ਹੋ ਗਿਆ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਜੇ ਕਦੇ ਕਿਸੇ ਸੁਨਿਆਰੇ ਵੀਰ ਨੂੰ ਪੁੱਛੀਏ ਨਾ ਵੀ ਸੋਨਾ ਕਾਹਤੋਂ ਭੁੜਕਦਾ ਭਾਈ, ਤਾਂ ਉਸ ਸੁਨਿਆਰਾ ਵੀਰ ਦੱਸੇਗਾ ਭਾਈ ਇਹਦੇ ਵਿੱਚ ਖੋਟ ਆ, ਭੁੜਕੇਗਾ, ਬਹੁਤ ਭੁੜਕੇਗਾ, ਭੁੜਕ ਲੈਣ ਦਿਓ, ਭੁੜਕ ਲੈਣ ਦਿਓ। ਭੁੜਕ ਭੁੜਕ ਕੇ ਇੱਕ ਸਮਾਂ ਐਸਾ ਆਵੇਗਾ ਜਦ ਸ਼ਾਂਤ ਹੋ ਜਾਵੇਗਾ, ਟਿਕ ਜਾਵੇਗਾ। ਇਸ ਤਰ੍ਹਾਂ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਨਾ। ਮਨ ਨੇ ਜਿੰਨਾ ਚਿਰ ਮੈਲ ਆ ਭੁੜਕਣਾ, ਕਈ ਵਾਰੀ ਮਨ ਲੱਗਣਾ, ਕਈ ਵਾਰੀ ਥੋੜ੍ਹਾ ਜੁੜਨਾ, ਕਈ ਵਾਰੀ ਜ਼ਿਆਦਾ ਜੁੜਨਾ, ਪਰ ਲੱਗੇ ਰਹਿਣਾ। ਗੁਰਮੁਖ ਪਿਆਰਿਓ, ਲੱਗੇ ਰਹਿਣਾ। ਗੁਰਬਾਣੀ ਨੇ ਸਵਾਰ ਦੇਣਾ। ਗੁਰਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਤਿਉਂ ਜੋਤੀ ਸੰਗ ਜੋਤ ਮਿਲਾਇਆ। ਜੋਤ ਨਾਲ ਜੋਤ ਮਿਲ ਜਾਂਦੀ ਹੈ ਭਾਈ। ਗੁਰੂ ਸਵਾਰ ਦਿੰਦੇ ਆ ਸੱਚ ਦੀ ਜੋਤ, ਪ੍ਰਮਾਤਮਾ ਦੀ ਜੋਤ ਸਾਡੇ ਅੰਦਰ ਹੀ ਹੈ ਭਾਈ। ਅੰਦਰ ਹੀ ਮਿਲਾਪ ਹੋ ਜਾਂਦਾ। ਅਸੀਂ ਹਨੇਰੇ 'ਚ ਬੈਠੇ ਹਾਂ ਅਤੇ ਪ੍ਰਮਾਤਮਾ ਵਾਲਾ ਪਾਸਾ ਚਾਨਣ ਆ। ਗੁਰੂ ਨੇ ਜਿਹੜਾ ਹੈ ਅੰਦਰ ਚਾਨਣ ਕਰ ਦੇਣਾ। ਗੁਰੂ ਦਾ ਮਤਲਬ ਹੀ ਇਹੀ ਹੈ, ਗੂ ਤੋਂ ਭਾਵ ਹਨੇਰਾ ਅਤੇ ਰੂ ਤੋਂ ਭਾਵ ਚਾਨਣ। ਇਸ ਤਰ੍ਹਾਂ ਹੁੰਦਾ ਭਾਈ ਗੁਰਬਾਣੀ ਦੀ ਸਭ ਤੋਂ ਵੱਡੀ ਸ਼ਕਤੀ, ਤਾਕਤ ਇਹ ਹੈ, ਇਹ ਟੁੱਟੀਆਂ ਹੋਈਆਂ ਰੂਹਾਂ ਨੂੰ ਜੋੜ ਦਿੰਦੀ ਹੈ, ਮਨਮੁਖ ਤੋਂ ਗੁਰਮੁਖ ਬਣਾ ਦਿੰਦੀ ਹੈ, ਮਾੜੇ ਬੰਦੇ ਤੋਂ ਚੰਗਾ ਬਣਾ ਦਿੰਦੀ ਹੈ, ਬੁਰੇ ਵਿਚਾਰਾਂ ਤੋਂ ਚੰਗੇ ਵਿਚਾਰਾਂ ਵਾਲਾ ਬਣਾ ਦਿੰਦੀ ਹੈ। ਇਹ ਅੰਦਰਲਾ ਕਾਰਜ ਕਰ ਦਿੰਦੀ ਹੈ ਭਾਈ। ਇਹ ਵਿਛੋੜਾ ਖਤਮ ਕਰ ਦਿੰਦੀ ਹੈ ਭਾਈ। ਇਹੀ ਕਾਰਜ ਕਰਨ ਅਸੀਂ ਆਏ ਹਾਂ। ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਜਿਹੜੇ ਗੁਰੂ ਦੇ ਕੋਲ ਟਿਕ ਕੇ ਬੈਠ ਜਾਂਦੇ ਆ, ਝਿਮ ਅੰਮ੍ਰਿਤ ਧਾਰਾ ਨੂੰ ਪੀਂਦੇ ਆ, ਉਹਨਾਂ ਦਾ ਅੰਦਰਲਾ ਕਾਰਜ ਹੋ ਜਾਂਦਾ ਭਾਈ। ਜਲ ਤਰੰਗ ਜਿਉਂ ਜਲੈ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ। ਕਹੋ ਨਾਨਕ ਭਰਮ ਕਟੇ ਕਵਾੜਾ, ਬੋਹਰ ਨਾ ਹੋਈਐ ਜੌਲਾ ਜੀਓ। ਕਹੋ ਨਾਨਕ, ਪੰਜਵੇਂ ਨਾਨਕ ਜੀ ਸਮਝਾ ਰਹੇ ਹਨ, ਭਰਮ ਕੱਟੇ ਕਵਾੜਾ। ਭਰਮ ਦੇ ਤਖਤੇ ਲੱਗੇ ਹੋਏ ਆ, ਬਹੁਤ ਭਾਰੇ ਆ ਭਾਈ। ਇਹ ਕੱਟੇ ਨਹੀਂ ਜਾਂਦੇ, ਹੋਰ ਕਿਤੇ ਨਹੀਂ ਹੈ, ਹੋਰ ਕਿਤੇ ਕੋਈ ਉਹ ਇਲਾਜ ਨਹੀਂ ਹੈ। ਜਿਹੜੇ ਅੰਦਰਲੇ ਤਖਤੇ ਆ, ਗੁਪਤ ਆ। ਇਹ ਗੁਰੂ ਭਰਮ ਭੁਲੇਖੇ ਸਾਰੇ ਕੱਟ ਦਿੰਦਾ। ਜਿੰਨਾ ਚਿਰ ਸਾਡੇ ਭਰਮ ਭੁਲੇਖੇ ਨਹੀਂ ਨਿਕਲਦੇ, ਉਨਾ ਚਿਰ ਅਸੀਂ ਤਿੰਨਾਂ ਗੁਣਾਂ ਦੇ ਵਿੱਚ ਰਹਾਂਗੇ। ਤਿੰਨਾਂ ਗੁਣਾਂ ਦੇ ਵਿੱਚ ਉਹ ਆਨੰਦ ਨਹੀਂ ਹੈ ਭਾਈ। ਜਿਹੜਾ ਚੌਥੇ ਪਦ ਦੇ ਵਿੱਚ ਆਨੰਦ ਆ, ਪਰਮ ਅਵਸਥਾ ਦੇ ਵਿੱਚ ਆਨੰਦ ਆ, ਜਿਹੜਾ ਉੱਪਰ ਉੱਠ ਕੇ ਆਨੰਦ ਆ, ਜਿਹੜਾ ਕਿਰਪਾ ਤੋਂ ਬਾਅਦ ਦਾ ਆਨੰਦ ਆ, ਜਿਹੜਾ ਨਵੇਂ ਜੀਵਨ ਦਾ ਆਨੰਦ ਆ, ਜਿਹੜਾ ਸਤਿਗੁਰ ਕਹੇ ਜਨਮ ਹੈ ਗਗਨ ਮਟਾਇਆ ਦਾ ਆਨੰਦ ਆ, ਉਹ ਤੋਂ ਅਸੀਂ ਵਾਂਝੇ ਰਹਿ ਜਾਂਗੇ ਭਾਈ, ਜੇ ਭਰਮਾਂ ਭੁਲੇਖਿਆਂ ਦੇ ਵਿੱਚ ਵਹਿਮਾਂ ਭਰਮਾਂ 'ਚ ਪਏ ਰਹੇ ਤਾਂ। ਕਹੋ ਨਾਨਕ ਭਰਮ ਕੱਟੇ ਕਵਾੜਾ, ਬੋਹੜ ਨਾ ਹੋਈਐ ਜੌਲਾ ਜੀਓ। ਤੇ ਗੁਰੂ ਕੋਲ ਐਸੀ ਤਾਕਤ ਹੈ, ਤਿੰਨਾਂ ਗੁਣਾਂ ਦੇ ਭਰਮ ਭੁਲੇਖੇ ਸਾਰੇ ਕੱਟ ਕੇ, ਕਿਉਂਕਿ ਧੁਰ ਕੀ ਬਾਣੀ ਆਈ, ਦਿਨ ਤਿੰਨ ਸਗਲੀ ਚਿੰਤ ਮਟਾਈ। ਜੇ ਸੂਰਜ ਦੀਆਂ ਕਿਰਨਾਂ ਨਾਲ ਜੁੜ ਜਾਾਂਗੇ ਨਾ, ਪਕੜ ਲਾਂਗੇ ਘੁੱਟ ਕੇ, ਮੰਨ ਲਓ, ਤਾਂ ਸਿੱਧੇ ਸੂਰਜ 'ਚ ਜਾ ਕੇ ਵੱਜਾਂਗੇ, ਉਰੇ ਪਰੇ ਨਹੀਂ ਜਾਂਦੇ। ਜੇ ਕਿਤੇ ਗੁਰਬਾਣੀ ਦੀ ਵਿਚਾਰ ਨੂੰ, ਗੁਰਬਾਣੀ ਨੂੰ ਪਕੜ ਲਾਂਗੇ ਨਾ, ਸਿੱਧੇ ਧੁਰੇ 'ਤੇ ਜਾਵਾਂਗੇ। ਮਨ ਨੂੰ ਸਮਝ ਪੈ ਜੂ, ਮਨ ਦੇ ਵਿਕਾਰ ਮੈਲ ਨਿਕਲ ਜੂ, ਮਨ ਦਾ ਇਸ਼ਨਾਨ ਹੋ ਜੂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਦੀ ਮੱਤ ਲੈ, ਉਹ ਰੰਗ ਮਾਣ। ਤੂੰ ਕਿਉਂ ਉਦਾਸ ਬੈਠਾ ਸਿੱਖਾ, ਐਡਾ ਵੱਡਾ ਖਜ਼ਾਨਾ ਤੇਰੇ ਕੋਲੇ। ਗੁਰੂ ਦੇ ਨਾਲ ਜੋੜ, ਆਪਣੇ ਮਨ ਨੂੰ ਇੱਧਰਲੇ ਪਾਸੇ ਨੂੰ ਜੋੜ। ਮਨ ਨੂੰ ਇਹ ਜਿਹੜਾ ਸ਼ਬਦ ਦੀ ਵਿਚਾਰ ਆ, ਇਹ ਅੰਮ੍ਰਿਤ ਜਾਲਾ ਜਿਹੜਾ, ਇਹ ਪਿਆਇਆ ਕਰ। ਜਨਮਾਂਤਰਾਂ ਦਾ ਜਿਹੜਾ ਵਿਛੜਿਆ ਮਿਲਾਪ ਹੋ ਜਾਊਗਾ। ਕਹੋ ਨਾਨਕ ਭਰਮ ਕਟੇ ਕਵਾੜਾ, ਬੋਹਰ ਨਾ ਹੋਈਐ ਜੌਲਾ ਜੀਓ। ਜਿਹੜਾ ਇੱਕ ਵਾਰੀ ਗੁਰੂ ਦੇ ਨਾਲ ਜੁੜ ਕੇ ਜਿਹਦਾ ਮਿਲਾਪ ਹੋ ਗਿਆ, ਜਿਹੜਾ ਚੌਥੇ ਪਦ ਦੇ ਵਿੱਚ ਪਹੁੰਚ ਗਿਆ, ਜਿਹੜਾ ਉਨਮਨ ਅਵਸਥਾ ਦੇ ਵਿੱਚ ਪਹੁੰਚ ਗਿਆ, ਚੌਥੇ ਪਦ ਦੇ ਵਿੱਚ, ਬੋਹਰ ਨਾ ਹੋਈਐ ਜੌਲਾ ਜੀਓ। ਦੁਬਾਰੇ ਉਹ ਥੱਲੇ ਨਹੀਂ ਆਉਂਦਾ ਗੁਰਮੁਖ ਪਿਆਰਿਓ। ਜਿਹਨੇ ਉਸ ਆਨੰਦ ਨੂੰ ਪ੍ਰਾਪਤ ਕਰ ਲਿਆ ਜਿਹੜਾ ਤਿੰਨਾਂ ਗੁਣਾਂ ਤੋਂ ਉੱਪਰ ਆ, ਉਹ ਫਿਰ ਐਵੇਂ ਤਾਂ ਨਹੀਂ ਐਡੇ ਸਿੱਖ ਸ਼ਹੀਦੀਆਂ ਪਾ ਗਏ, ਐਡੀਆਂ ਉਹਨਾਂ ਨੂੰ ਕੁਛ ਅੱਗੇ ਦੀਂਦਾ ਸੀ, ਉਸ ਆਨੰਦ ਤੱਕ ਪਹੁੰਚੇ ਸੀ। ਫਿਰ ਪਰਉਪਕਾਰੀ ਹੋ ਜਾਂਦਾ ਬੰਦਾ, ਆਪਣੇ ਜੀਵਨ ਤੋਂ ਉੱਪਰ ਹੋ ਜਾਂਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ,
ਵੀ ਗੁਰਬਾਣੀ ਨੂੰ ਬੜੇ ਸਹਿਜ ਸਹਿਜ ਦੇ ਨਾਲ ਵਿਚਾਰ ਕੇ ਪੜ੍ਹਨਾ ਸ਼ੁਰੂ ਕਰੀਏ। ਇੱਕ ਵਾਰੀ ਫੇਰ ਸਾਰਾ ਸ਼ਬਦ ਦੁਬਾਰੇ 2 ਮਿੰਟ 'ਚ ਸਰਵਣ ਕਰਨ ਦੀ ਕਿਰਪਾਲਤਾ ਕਰੋ। ਮਾਝ ਮਹੱਲਾ ਪੰਜਵਾ। ਸਭ ਕਿਛ ਕਰਮੈ ਬਾਹਰ ਨਾਹੀ, ਬਾਹਰ ਟੋਲੈ ਸੋ ਪਰਮ ਪੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋਇ ਅੰਤਰ ਬਾਹਰ ਸੁਹੇਲਾ ਜੀਓ। ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਅਨੰਦ ਬਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਜਲ ਤਰੰਗ ਜਿਉ ਜਲਹਿ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ। ਕਹੋ ਨਾਨਕ ਭ੍ਰਮ ਕਟੇ ਕਬਾੜਾ, ਬੋਹੜ ਨਾ ਹੋਈਐ ਜੌਲਾ ਜੀਓ। ਬੋਹੜ ਨਾ ਹੋਈਐ ਜੌਲਾ ਜੀਓ। ਗੁਰਬਾਣੀ ਦੇ ਲੜ ਲੱਗ ਕੇ ਆਪਣੇ ਆਪ ਨੂੰ ਸਵਾਰੀਏ ਭਾਈ। ਆਪਣੇ ਆਪ ਵਿਕਾਰਾਂ ਦੇ ਨਾਲ, ਆਪਣੇ ਆਪ ਦੇ ਨਾਲ ਜੰਗ ਲੜੀਏ। ਹਰ ਮਹੀਨੇ ਬਾਅਦ ਸਾਡੀ ਆਤਮਿਕ ਅਵਸਥਾ ਥੋੜ੍ਹੀ ਬਹੁਤੀ ਉੱਚੀ ਹੋਣੀ ਚਾਹੀਦੀ ਹੈ। ਹਰ ਸਾਲ ਸਾਡੀ ਆਤਮਿਕ ਤਰੱਕੀ ਹੋਣੀ ਚਾਹੀਦੀ ਹੈ। ਅਸੀਂ ਆਤਮਿਕ ਗਿਆਨੀ ਹੋਣੇ ਚਾਹੀਦੇ ਆ। ਬਸ ਇੱਕੋ ਇੱਕ ਰਸਤਾ ਸਾਰਿਆਂ ਦੇ ਵਾਸਤੇ ਕਿ ਗੁਰੂ ਨਾਲ ਜੁੜੋ ਭਾਈ, ਗੁਰਬਾਣੀ ਨਾਲ ਜੁੜੋ। ਸਾਡਾ ਇੱਥੋਂ ਇਹ ਨਗਰ ਅਖਾੜੇ ਤੋਂ ਜਿਹੜਾ ਵਿਦਿਆਲਾ, ਕਈ ਵਾਰੀ ਬਾਹਰਲੇ ਵੀ ਗੁਰਮੁਖ ਪਿਆਰੇ YouTube ਰਾਹੀਂ ਜੁੜੇ ਆ। ਸਾਡਾ ਮਕਸਦ ਇੱਥੋਂ ਇੱਕੋ ਇੱਕ ਆ, ਗੁਰਬਾਣੀ ਨਾਲ ਜੁੜੋ ਭਾਈ। ਗੁਰਬਾਣੀ ਪੜ੍ਹੋ, ਸੁਣੋ, ਸਮਝੋ ਅਤੇ ਇਹਦਾ ਪ੍ਰਚਾਰ ਜਿਹੜਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਜੋੜੋ ਅਤੇ ਪ੍ਰਚਾਰ ਵੀ ਇਹਦਾ ਵੱਧ ਤੋਂ ਵੱਧ ਹੋਵੇ। ਬਹੁਤ ਵੱਡਾ ਗਿਆਨ। ਸੋ ਹੋਈਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।